ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹਾਂ ਨਵੀਂ ਕਹਾਣੀ ਲੈ ਕੇ। ਹਰ ਰਾਤ ਮੇਰੀ ਜਠਾਣੀ ਮੇਰੇ ਸਹੁਰੇ ਦੇ ਪੈਰ ਦਬਾਉਣ ਜਾਂਦੀ ਅਤੇ ਮੈਨੂੰ ਬਾਹਰੋਂ ਉਸ ਦੇ ਰੋਣ ਦੀ ਆਵਾਜ਼ ਸੁਣਾਈ ਦਿੰਦੀ। ਇੱਕ ਦਿਨ ਜਦੋਂ ਮੈਂ ਆਪਣੀ ਜਠਾਣੀ ਨੂੰ ਪੁੱਛਿਆ ਤਾਂ ਉਸ ਦਾ ਚਿਹਰਾ ਫਿੱਕਾ ਜਿਹਾ ਪੈ ਗਿਆ ਅਤੇ ਉਹ ਕਹਿੰਦੀ, ਤੂੰ ਜਦੋਂ ਮੈਂ ਪੈਰ ਦਬਾਉਣ ਲਈ ਆਪਣੇ ਸਹੁਰੇ ਦੇ ਕਮਰੇ ਵਿੱਚ ਗਈ, ਮੇਰੇ ਸਹੁਰੇ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਜਿਵੇਂ ਹੀ ਮੈਂ ਲਾਈਟ ਬੰਦ ਕੀਤੀ, ਮੈਨੂੰ ਲੱਗਾ ਜਿਵੇਂ ਮੇਰੇ ਸਰੀਰ ਵਿੱਚੋਂ ਜਾਨ ਨਿਕਲ ਗਈ ਹੋਵੇ, ਕਿਉਂਕਿ ਉੱਥੇ ਮੇਰਾ ਨਾਮ ਮੀਨੂ ਹੈ। ਹਾਂ, ਇਹ ਕਹਿਣਾ ਸਹੀ ਸੀ ਕਿ ਮੈਂ ਇਸ ਦੁਨੀਆ ਦੇ ਸਭ ਤੋਂ ਵੱਖਰੇ ਪਰਿਵਾਰ ਵਿੱਚ ਵਿਆਹ ਕੀਤਾ, ਕਿਉਂਕਿ ਉੱਥੇ ਕੰਮ ਹੀ ਕੁਝ ਅਜਿਹਾ ਹੋ ਰਿਹਾ ਸੀ ਕਿ ਸਮਝ ਤੋਂ ਬਾਹਰ ਸੀ। ਮੇਰੇ ਸਹੁਰੇ ਘਰ ਮੇਰਾ ਪਤੀ, ਸਹੁਰਾ ਤੇ ਇੱਕ ਜਠਾਣੀ ਸੀ। ਜੇਠ ਸ਼ਹਿਰ ਤੋਂ ਬਾਹਰ ਕੰਮ ਕਰਦਾ ਸੀ। ਕਈ ਵਾਰ ਉਹ ਘਰ ਆਉਂਦਾ ਸੀ। ਦਰਅਸਲ ਸਾਡਾ ਵਿਆਹ ਸਾਡੀ ਮਰਜ਼ੀ ਨਾਲ ਹੋਇਆ ਸੀ ਅਤੇ ਮੇਰੇ ਘਰ ਵਾਲੇ ਇਸ ਵਿਆਹ ਲਈ ਸਹਿਮਤ ਨਹੀਂ ਸਨ, ਕਿਉਂਕਿ ਮੇਰਾ ਪਤੀ ਬਹੁਤ ਕਮਜ਼ੋਰ ਅਤੇ ਬਿਮਾਰ ਲੱਗ ਰਿਹਾ ਸੀ। ਮੇਰੇ ਪਿਤਾ ਜੀ ਨੂੰ ਯਕੀਨ ਸੀ ਕਿ ਇਹ ਕੋਈ ਨਸ਼ਾ ਕਰਦਾ ਹੈ, ਪਰ ਅਜਿਹਾ ਨਹੀਂ ਸੀ। ਮੈਂ ਸਿਰਫ ਇਹੀ ਚਾਹੁੰਦੀ ਸੀ ਕਿ ਸਾਡਾ ਵਿਆਹ ਸ਼ਾਂਤੀ ਨਾਲ ਹੋ ਜਾਵੇ, ਪਰ ਅਜਿਹਾ ਨਹੀਂ ਹੋਇਆ ਅਤੇ ਹਾਲਾਤ ਵਿਗੜ ਗਏ। ਮੇਰੇ ਘਰ ਵਾਲਿਆਂ ਨੇ ਮੇਰੇ ਪਤੀ ਨੂੰ ਕਿਹਾ ਕਿ ਤੇਰੇ ਕੋਲ ਇਸ ਨਾਲ ਵਿਆਹ ਕਰਨ ਲਈ 3 ਦਿਨ ਹਨ, ਨਹੀਂ ਤਾਂ ਅਸੀਂ ਚੌਥੇ ਦਿਨ ਕਿਤੇ ਹੋਰ ਵਿਆਹ ਕਰ ਦੇਵਾਂਗੇ। ਮੇਰੇ ਪਤੀ ਨੇ ਆਪਣੇ ਦੋਸਤਾਂ ਦਾ ਸਹਾਰਾ ਲੈ ਕੇ ਵਿਆਹ ਕਰਵਾ ਲਿਆ। ਪਿਤਾ ਜੀ ਨੇ ਕਿਹਾ ਕਿ ਅੱਜ ਤੋਂ ਤੇਰੇ ਲਈ ਇਸ ਘਰ ਦੇ ਦਰਵਾਜ਼ੇ ਸਦਾ ਲਈ ਬੰਦ ਹਨ। ਮੈਂ ਹੈਰਾਨ ਸੀ, ਜਦ ਕਿ ਸੁਰੇਸ਼ ਦੇ ਪਿਤਾ ਜੀ ਬਿਲਕੁਲ ਵੀ ਗੁੱਸੇ ਨਹੀਂ ਸਨ। ਉਹ ਕਹਿੰਦੇ ਹਨ ਕਿ ਪਿਆਰ ਕਰਨਾ ਕੋਈ ਗੁਨਾਹ ਨਹੀਂ ਆ। ਮੇਰੇ ਵਿਆਹ ਤੇ ਮੈਂ ਆਪਣੀ ਜਠਾਣੀ ਨੂੰ ਮਿਲੀ। ਉਸਨੇ ਮੈਨੂੰ ਦਿਲਾਸਾ ਦਿੱਤਾ ਤੇ ਸਮਝਾਇਆ ਅਤੇ ਕਿਹਾ ਕਿ ਸਭ ਠੀਕ ਹੋ ਜਾਵੇਗਾ। ਹੁਣ ਮੇਰੇ ਪਤੀ ਨੇ ਦਿਨ ਰਾਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਸਾਨੂੰ ਪੈਸਿਆਂ ਦੀ ਲੋੜ ਸੀ। ਉਹ ਸਵੇਰੇ ਕੰਮ ਤੇ ਜਾਂਦਾ ਸੀ ਅਤੇ ਰਾਤ ਨੂੰ ਵਾਪਿਸ ਆ ਜਾਂਦਾ। ਘਰ ਵਿੱਚ ਸਿਰਫ ਮੈਂ ਅਤੇ ਮੇਰੀ ਜਠਾਣੀ ਹੀ ਸੀ। ਇੱਕ ਦਿਨ ਮੈਂ ਬਹੁਤ ਅਜੀਬ ਦੇਖਿਆ। ਜਿਵੇਂ ਹੀ ਰਾਤ ਪਈ ਤਾਂ ਮੇਰੀ ਜਠਾਣੀ ਸਾਰਾ ਕੰਮ ਨਿਬੇੜ ਕੇ ਆਪਣੇ ਸਹੁਰੇ ਦੇ ਕਮਰੇ ਵਿੱਚ ਚਲੀ ਗਈ। ਉਹਨਾਂ ਦੇ ਹੱਥ ਵਿੱਚ ਤੇਲ ਦੀ ਇੱਕ ਕਟੋਰੀ ਸੀ। ਇਹ ਸਭ ਵੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ। ਜਠਾਣੀ ਨੇ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਲਿਆ। ਮੈਂ ਹੈਰਾਨ ਸੀ ਕਿ ਇਸ ਸਮੇਂ ਇਸ ਦਾ ਅੰਦਰ ਕੀ ਕੰਮ ਹੈ ਅਤੇ ਇਹ ਤੇਲ ਲੈ ਕੇ ਅੰਦਰ ਕਿਉਂ ਗਈ ਹੈ। ਮੈਂ ਕੁਝ ਦੇਰ ਉੱਥੇ ਖੜੀ ਰਹੀ, ਇਹ ਸੋਚਦੀ ਰਹੀ ਕਿ ਸ਼ਾਇਦ ਉਹ ਤੇਲ ਦੇ ਕੇ ਵਾਪਸ ਆ ਜਾਵੇਗੀ। ਸ਼ਾਇਦ ਦਰਵਾਜ਼ਾ ਗਲਤੀ ਨਾਲ ਬੰਦ ਹੋ ਗਿਆ ਹੋਵੇ ਅਤੇ ਜਲਦੀ ਹੀ ਵਾਪਸ ਆ ਜਾਵੇ, ਪਰ ਉਹ ਵਾਪਸ ਨਹੀਂ ਆਈ। ਮੈਂ ਅੱਧਾ ਘੰਟਾ ਇੰਤਜ਼ਾਰ ਕਰਦੀ ਰਹੀ, ਪਰ ਉਹ ਵਾਪਸ ਨਾ ਆਈ। ਕੁਝ ਦੇਰ ਬਾਅਦ ਮੇਰਾ ਪਤੀ ਵੀ ਆ ਗਿਆ। ਮੈਂ ਉਸ ਲਈ ਰਾਤ ਦਾ ਖਾਣਾ ਗਰਮ ਕੀਤਾ ਅਤੇ ਫਿਰ ਅਸੀਂ ਦੋਵੇਂ ਇਕੱਠੇ ਬੈਠ ਕੇ ਖਾਣਾ ਖਾਣ ਲੱਗੇ। ਥੋੜੀ ਦੇਰ ਬਾਅਦ ਉਸਨੇ ਮੈਨੂੰ ਚਾਹ ਬਣਾਉਣ ਲਈ ਕਿਹਾ। ਫਿਰ ਮੈਂ ਰਸੋਈ ਵਿੱਚ ਚਲੀ ਗਈ। ਫਿਰ ਵੀ ਮੈਂ ਵੇਖਿਆ ਕਿ ਮੇਰੀ ਜਠਾਣੀ ਆਪਣੇ ਕਮਰੇ ਵਿੱਚ ਨਹੀਂ ਆਈ ਸੀ ਅਤੇ ਮੇਰੇ ਸਹੁਰੇ ਦੇ ਕਮਰੇ ਦੀ ਲਾਈਟ ਵੀ ਬੰਦ ਸੀ। ਇਸ ਦਾ ਮਤਲਬ ਕਿ ਉਹ ਦੋਵੇਂ ਸੌਂ ਗਏ ਸਨ। ਅਤੇ ਫਿਰ ਮੈਂ ਚਾਹ ਬਣਾ ਕੇ ਵਾਪਸ ਆ ਗਈ। ਜਦੋਂ ਮੈਂ ਦੁਬਾਰਾ ਭਾਂਡੇ ਰੱਖਣ ਆਈ ਤਾਂ ਵੇਖਿਆ ਕਿ ਮੇਰੀ ਜਠਾਣੀ ਨਹੀਂ ਆਈ। ਮੈਂ ਕੁਝ ਨਾ ਕਰ ਸਕੀ। ਮੈਂ ਆਪਣੇ ਕਮਰੇ ਵਿੱਚ ਆ ਗਈ। ਸਵੇਰੇ ਮੈਂ ਆਪਣੀ ਜਠਾਣੀ ਨੂੰ ਪੁੱਛਣਾ ਚਾਹਿਆ, ਪਰ ਮੈਂ ਹਿੰਮਤ ਨਹੀਂ ਜੁਟਾ ਸਕੀ। ਅਗਲੇ ਦਿਨ ਫਿਰ ਉਹੀ ਗੱਲ ਹੋਣ ਲੱਗੀ। ਰਾਤ ਦਾ ਕੰਮ ਮੁਕਾ ਕੇ ਸਾਰਿਆਂ ਦੇ ਸੌਣ ਤੋਂ ਬਾਅਦ ਉਹ ਤੇਲ ਲੈ ਕੇ ਮੇਰੇ ਸਹੁਰੇ ਦੇ ਕਮਰੇ ਵਿੱਚ ਚਲੀ ਜਾਂਦੀ ਹੈ ਅਤੇ ਮੈਂ ਦੇਰ ਤੱਕ ਜਾਗਦੀ ਰਹਿੰਦੀ, ਕਿਉਂਕਿ ਮੇਰਾ ਪਤੀ ਦੇਰ ਰਾਤ ਨੂੰ ਆਉਂਦਾ ਸੀ। ਦਰਵਾਜ਼ਾ ਬੰਦ ਕਰਨ ਵਾਲੀ ਗੱਲ ਨੇ ਮੈਨੂੰ ਬਹੁਤ ਪਰੇਸ਼ਾਨ ਕਰ ਦਿੱਤਾ। ਮੈਂ ਹੌਲੀ-ਹੌਲੀ ਕਮਰੇ ਵੱਲ ਤੁਰ ਪਈ। ਮੈਂ ਬਹੁਤ ਹੌਲੀ-ਹੌਲੀ ਚੱਲ ਰਹੀ ਸੀ। ਮੇਰੇ ਕਦਮਾਂ ਦੀ ਬਿਲਕੁਲ ਵੀ ਆਵਾਜ਼ ਨਹੀਂ ਆ ਰਹੀ ਸੀ ਅਤੇ ਮੇਰੇ ਕੰਨ ਬਹੁਤ ਤੇਜ਼ ਹਨ। ਥੋੜੀ ਜਿਹੀ ਆਵਾਜ਼ ਤੇ ਮੈਂ ਇੱਧਰ-ਉੱਧਰ ਵੇਖਣ ਲੱਗ ਪੈਂਦੀ ਹਾਂ, ਪਰ ਫਿਰ ਮੈਂ ਅਜਿਹੀ ਆਵਾਜ਼ ਸੁਣੀ ਕਿ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕਮਰੇ ਵਿੱਚੋਂ ਮੇਰੀ ਜਠਾਣੀ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਮੈਂ ਆਪਣੇ ਕੰਨਾਂ ਨੂੰ ਹੱਥ ਲਾਏ ਤੇ ਮੈਂ ਸੋਚਣ ਲੱਗੀ ਕਿ ਇਹ ਕੀ ਹੋ ਰਿਹਾ ਹੈ। ਮੈਂ ਸੋਚਿਆ ਸ਼ਾਇਦ ਇਹ ਮੇਰਾ ਵਹਿਮ ਹੈ, ਪਰ ਮੈਂ ਜੋ ਆਵਾਜ਼ ਸੁਣੀ, ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਦਾਲ ਵਿੱਚ ਕੁਝ ਤਾਂ ਕਾਲਾ ਹੈ। ਜਦੋਂ ਮੈਂ ਦਰਵਾਜ਼ਾ ਖੜਕਾਇਆ ਤਾਂ ਕਮਰੇ ਦੀ ਲਾਈਟ ਜਗ ਗਈ ਅਤੇ ਮੈਂ ਡਰ ਗਈ। ਲੱਗਦਾ ਸੀ ਕੋਈ ਆ ਰਿਹਾ ਹੈ। ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਈ। ਮੈਂ ਆਪਣੇ ਪਤੀ ਨਾਲ ਇਸ ਬਾਰੇ ਗੱਲ ਕਰਨ ਬਾਰੇ ਸੋਚਿਆ, ਪਰ ਮੈਂ ਉਸ ਨੂੰ ਇਹ ਸਭ ਨਹੀਂ ਦੱਸਿਆ। ਅਗਲੇ ਦਿਨ ਆਪਣੀ ਜਠਾਣੀ ਨਾਲ ਗੱਲ ਕਰਨ ਬਾਰੇ ਸੋਚਿਆ। ਉਹ ਮੇਰੇ ਸਾਹਮਣੇ ਬੈਠੀ ਫੋਨ ਵੇਖ ਰਹੀ ਸੀ ਤੇ ਮੈਂ ਸਬਜ਼ੀ ਕੱਟ ਰਹੀ ਸੀ। ਮੈਂ ਆਪਣੀ ਜਠਾਣੀ ਨੂੰ ਕਿਹਾ, ਤੁਸੀਂ ਰਾਤ ਨੂੰ ਆਪਣੇ ਸਹੁਰੇ ਦੇ ਕਮਰੇ ਵਿੱਚ ਕੀ ਕਰਨ ਗਏ ਸੀ ਅਤੇ ਤੁਹਾਡੇ ਹੱਥ ਵਿੱਚ ਤੇਲ ਸੀ ਅਤੇ ਤੁਸੀਂ ਦਰਵਾਜ਼ਾ ਵੀ ਬੰਦ ਕਰ ਦਿੱਤਾ ਸੀ। ਮੇਰੀ ਜਠਾਣੀ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ। ਉਸ ਨੂੰ ਮੇਰੇ ਤੋਂ ਇਸ ਤਰ੍ਹਾਂ ਦੀ ਗੱਲ ਸੁਣਨ ਦੀ ਉਮੀਦ ਨਹੀਂ ਸੀ। ਉਸ ਨੇ ਕਿਹਾ ਕਿ ਉਸ ਦੇ ਪੈਰਾਂ ਵਿੱਚ ਦਰਦ ਰਹਿੰਦਾ ਹੈ, ਇਸ ਲਈ ਮੈਂ ਸੋਚਿਆ ਕਿ ਜੇਕਰ ਮੈਂ ਉਸ ਦੇ ਪੈਰਾਂ ਨੂੰ ਥੋੜਾ ਜਿਹਾ ਦਬਾ ਕੇ ਤੇਲ ਨਾਲ ਮਾਲਿਸ਼ ਕਰ ਦੇਵਾਂ ਤਾਂ ਜੋ ਉਸ ਨੂੰ ਕੁਝ ਰਾਹਤ ਮਿਲੇਗੀ। ਮੈਂ ਕਿਹਾ, ਚਲੋ ਮੰਨ ਲਓ ਤੁਸੀਂ ਮਸਾਜ ਕਰਦੇ ਹੋ, ਪਰ ਦਰਵਾਜ਼ਾ ਬੰਦ ਕਰਨ ਦੀ ਕੀ ਲੋੜ ਆ ਤੇ ਤੂੰ ਅੰਦਰ ਜਾ ਕੇ ਬੈਠ ਗਈ ਸੀ।
ਮੈਂ ਅੱਧੇ ਘੰਟੇ ਤੋਂ ਵੇਖ ਰਹੀ ਸੀ ਤੂੰ ਆਪਣੇ ਕਮਰੇ ਵਿੱਚ ਨਹੀਂ ਆਈ ਸੀ। ਮੇਰੀ ਜਠਾਣੀ ਨੇ ਮੈਨੂੰ ਝੂਠ ਬੋਲਿਆ ਕਿ ਮੈਂ ਕਮਰੇ ਵਿੱਚ ਨਹੀਂ ਸੀ, ਮੈਂ ਬਾਥਰੂਮ ਗਈ ਸੀ। ਇਸੇ ਲਈ ਸ਼ਾਇਦ ਤੂੰ ਮੈਨੂੰ ਨਹੀਂ ਵੇਖਿਆ। ਮੈਂ ਥੋੜੀ ਬਿਮਾਰ ਸੀ। ਉਹ ਮੇਰੇ ਨਾਲ ਅੱਖਾਂ ਨਹੀਂ ਮਿਲਾ ਪਾ ਰਹੀ ਸੀ ਅਤੇ ਉਹ ਕੰਮ ਕਰਨ ਚਲੀ ਗਈ। ਮੈਂ ਕਿਹਾ, ਕੀ ਹੋਇਆ ਤੁਹਾਡੀ ਤਬੀਅਤ ਨੂੰ? ਉਸਨੇ ਗੁੱਸੇ ਵਿੱਚ ਕਿਹਾ, ਤੂੰ ਇੰਨੀ ਛੋਟੀ ਜਿਹੀ ਗੱਲ ਤੋਂ ਇੰਨੀ ਵੱਡੀ ਗੱਲ ਕਿਉਂ ਬਣਾ ਰਹੀ ਆ? ਇਹ ਸਭ ਛੱਡ, ਅੱਜ ਬਹੁਤ ਗਰਮੀ ਆ ਤੇ ਤੂੰ ਮੈਨੂੰ ਇੰਨੇ ਸਾਰੇ ਸਵਾਲ ਪੁੱਛੀ ਜਾ ਰਹੀ ਆ। ਉਸਨੇ ਗੱਲ ਨੂੰ ਉਲਟਾ ਦਿੱਤਾ, ਪਰ ਮੈਨੂੰ ਅੰਦਾਜ਼ਾ ਹੋ ਗਿਆ ਸੀ। ਮੇਰੀ ਇੱਕ ਬਹੁਤ ਵਧੀਆ ਸਹੇਲੀ ਸੀ। ਜਦੋਂ ਮੈਂ ਉਸਨੂੰ ਇਹ ਸਭ ਦੱਸਿਆ ਤਾਂ ਉਹ ਵੀ ਇਹ ਸੁਣ ਕੇ ਹੈਰਾਨ ਹੋ ਗਈ। ਉਸਨੇ ਕਿਹਾ, ਤੂੰ ਪਾਗਲ ਤਾਂ ਨਹੀਂ ਹੋ ਗਈ? ਤੈਨੂੰ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਉੱਥੇ ਕੀ ਹੋ ਰਿਹਾ ਆ। ਮੇਰੀ ਜਠਾਣੀ ਵੀ ਅਜੀਬ ਕਿਸਮ ਦੀ ਔਰਤ ਸੀ। ਉਹ ਇਕੱਲੇ ਰਹਿਣਾ ਪਸੰਦ ਕਰਦੀ ਅਤੇ ਕੱਪੜੇ ਵੀ ਢਿੱਲੇ ਢਿੱਲੇ ਪਹਿਨਦੀ ਸੀ। ਇੱਕ ਪਾਸੇ ਕਹਿੰਦੀ ਸੀ ਕਿ ਮੈਨੂੰ ਬਹੁਤ ਗਰਮੀ ਲੱਗਦੀ ਆ ਅਤੇ ਦੂਜੇ ਪਾਸੇ ਉਸਨੇ ਇੰਨੇ ਲੰਬੇ ਤੇ ਮੋਟੇ ਕੱਪੜੇ ਪਾਏ ਹੋਏ ਸਨ ਤਾਂ ਕਿ ਉਸ ਨੂੰ ਗਰਮੀ ਨਹੀਂ ਲੱਗਦੀ ਸੀ। ਯਕੀਨੀ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ। ਇੱਕ ਦਿਨ ਸਾਡੇ ਘਰ ਇੱਕ ਰਿਸ਼ਤੇਦਾਰ ਆਈ ਹੋਈ ਸੀ। ਮੈਂ ਉਸ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਤੇਰਾ ਪਤੀ ਵੀ ਵਿਆਹ ਤੋਂ ਪਹਿਲਾਂ ਕਿਸੇ ਹੋਰ ਦੇਸ਼ ਜਾਣਾ ਚਾਹੁੰਦਾ ਸੀ, ਪਰ ਉਸਦੇ ਪਿਤਾ ਨੇ ਉਸ ਨੂੰ ਜਾਣ ਨਹੀਂ ਦਿੱਤਾ। ਮੈਂ ਕਿਹਾ, ਮੇਰਾ ਪਤੀ ਬਾਹਰ ਨਾ ਹੀ ਜਾਵੇ, ਇੱਥੇ ਹੀ ਠੀਕ ਆ। ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ। ਉਸਨੇ ਕਿਹਾ, ਹਾਂ, ਤੇਰੀ ਜਠਾਣੀ ਦਾ ਪਤੀ ਵੀ ਬਾਹਰ ਆ, ਵਿਚਾਰੀ ਬਹੁਤ ਉਦਾਸ ਰਹਿੰਦੀ ਆ। ਮੈਂ ਮਨ ਵਿੱਚ ਸੋਚਿਆ ਕਿ ਮੈਨੂੰ ਤਾਂ ਬਿਲਕੁਲ ਉਦਾਸ ਨਹੀਂ ਲੱਗਦੀ। ਉਹ ਤਾਂ ਨੋਰਮਲ ਰਹਿੰਦੀ ਆ, ਤਿਆਰ ਵੀ ਬਹੁਤ ਹੁੰਦੀ ਆ, ਕੱਪੜੇ ਵੀ ਨਵੇਂ-ਨਵੇਂ ਪਾਉਂਦੀ ਆ। ਤਾਂ ਰਿਸ਼ਤੇਦਾਰ ਨੇ ਕਿਹਾ, ਨਹੀਂ, ਅਸੀਂ ਤਾਂ ਉਸ ਨੂੰ ਬਹੁਤ ਉਦਾਸ ਹੁੰਦੇ ਵੇਖਿਆ ਆ। ਵੈਸੇ ਸੋਹਣੀ ਬਹੁਤ ਆ। ਮੈਂ ਕਿਹਾ, ਹਾਂ, ਸੋਹਣੀ ਤਾਂ ਹੈ। ਜਦੋਂ ਪਤੀ ਹੀ ਕੋਲ ਨਾ ਹੋਵੇ ਤਾਂ ਤਿਆਰ ਹੋ ਕੇ ਕਿਸ ਨੂੰ ਵਿਖਾਉਣਾ? ਪਰ ਦਿਲ ਤਾਂ ਕਰਦਾ ਹੀ ਹੈ ਨਾ ਕਿ ਉਹ ਤਿਆਰ ਹੋਵੇ। ਇਹ ਤਾਂ ਚੰਗੀ ਗੱਲ ਹੈ ਕਿ ਇਨਸਾਨ ਨੂੰ ਆਪਣੇ ਲਈ ਵੀ ਜੀਣਾ ਚਾਹੀਦਾ ਹੈ। ਇੱਕ ਔਰਤ ਆਪਣੇ ਪਤੀ ਲਈ ਹੀ ਕਿਉਂ ਤਿਆਰ ਹੋਵੇ? ਉਹ ਆਪਣੇ ਆਪ ਨੂੰ ਤਿਆਰ ਵੀ ਕਰ ਸਕਦੀ ਆ ਤਾਂ ਜੋ ਆਪਣੇ ਆਪ ਨੂੰ ਸੁੰਦਰ ਵੇਖ ਕੇ ਖੁਸ਼ੀ ਮਹਿਸੂਸ ਕਰ ਸਕੇ। ਮੇਰੀ ਜਠਾਣੀ ਨੂੰ ਵੇਖ ਕੇ ਲੱਗਦਾ ਹੀ ਨਹੀਂ ਸੀ ਕਿ ਉਸ ਦਾ ਪਤੀ ਵਿਦੇਸ਼ ਵਿੱਚ ਹੈ। ਉਸ ਘਰ ਵਿੱਚ ਮੇਰੇ ਜੇਠ ਦੀ ਕਦੇ ਕੋਈ ਚਰਚਾ ਨਹੀਂ ਹੋਈ, ਨਾ ਹੀ ਕਦੇ ਕਿਸੇ ਨੇ ਉਸ ਦਾ ਨਾਮ ਲਿਆ, ਨਾ ਹੀ ਮੈਂ ਕਦੇ ਉਸ ਦੀ ਕੋਈ ਫੋਟੋ ਵੇਖੀ। ਇੱਥੋਂ ਤੱਕ ਕਿ ਮੇਰੀ ਜਠਾਣੀ ਨੂੰ ਵੀ ਕਦੇ ਆਪਣੇ ਪਤੀ ਨਾਲ ਗੱਲ ਕਰਦੇ ਨਹੀਂ ਵੇਖਿਆ। ਜੇਕਰ ਪਤੀ ਵਿਦੇਸ਼ ਵਿੱਚ ਹੈ ਤਾਂ ਉਹ ਫੋਨ ਤੇ ਜ਼ਰੂਰ ਗੱਲ ਕਰਦਾ ਹੋਵੇਗਾ ਅਤੇ ਮੇਰੇ ਸਹੁਰੇ ਨੇ ਵੀ ਕਦੇ ਇਹ ਨਹੀਂ ਦੱਸਿਆ ਕਿ ਮੇਰਾ ਪੁੱਤਰ ਵਿਦੇਸ਼ ਵਿੱਚ ਆ। ਇੱਕ ਦਿਨ ਅਸੀਂ ਸਾਰੇ ਰਾਤ ਦਾ ਖਾਣਾ ਖਾ ਰਹੇ ਸੀ। ਮੇਰੇ ਸਹੁਰੇ ਨੇ ਕਿਹਾ ਕਿ ਮੈਨੂੰ ਰੱਬ ਨੇ ਇੱਕ ਹੀ ਪੁੱਤ ਦਿੱਤਾ ਆ, ਸਭ ਕੁਝ ਉਸ ਦਾ ਹੀ ਤੇ ਹੈ। ਨਾਲ ਹੀ ਉਹ ਖੰਗਣ ਲੱਗਾ। ਮੈਂ ਕਿਹਾ, ਉਹ ਪਾਪਾ, ਤੁਹਾਡਾ ਇੱਕ ਹੋਰ ਬੇਟਾ ਵੀ ਆ? ਉਸਨੇ ਕਿਹਾ, ਹਾਂ, ਇੱਕ ਹੋਰ ਬੇਟਾ ਵੀ ਆ। ਮੈਂ ਗਲਤੀ ਨਾਲ ਬੋਲ ਦਿੱਤਾ। ਕੋਈ ਪਿਤਾ ਆਪਣੇ ਬੱਚੇ ਨੂੰ ਕਿਵੇਂ ਭੁੱਲ ਸਕਦਾ ਆ? ਮੈਂ ਸਿਰਫ ਮਜ਼ਾਕ ਕਰ ਰਿਹਾ ਸੀ। ਅਸੀਂ ਸਾਰੇ ਹੈਰਾਨ ਸੀ ਕਿ ਉਹ ਇਹ ਕਿਵੇਂ ਭੁੱਲ ਗਿਆ। ਮੇਰੇ ਪਤੀ ਨੇ ਵੀ ਅਜੀਬ ਜਿਹਾ ਚਿਹਰਾ ਬਣਾਇਆ ਅਤੇ ਮੇਰੀ ਜਠਾਣੀ ਵੀ ਇੱਧਰ ਉੱਧਰ ਵੇਖਣ ਲੱਗ ਪਈ। ਇੰਜ ਲੱਗ ਰਿਹਾ ਸੀ ਜਿਵੇਂ ਉਹ ਤਿੰਨੇ ਮੇਰੇ ਤੋਂ ਕੁਝ ਜ਼ਰੂਰ ਲੁਕਾ ਰਹੇ ਸਨ। ਪਰ ਮੇਰੀ ਜਠਾਣੀ ਰੋਜ਼ ਸਹੁਰੇ ਦੇ ਕਮਰੇ ਵਿੱਚ ਜਾਂਦੀ ਸੀ। ਫਿਰ ਜਦੋਂ ਮੈਂ ਉਸ ਨੂੰ ਸਵਾਲ ਪੁੱਛਿਆ ਤਾਂ ਉਸਨੇ ਕਿਹਾ ਕਿ ਉਸਦੇ ਸਹੁਰੇ ਦੇ ਪੈਰਾਂ ਵਿੱਚ ਦਰਦ ਹੁੰਦਾ ਆ ਅਤੇ ਜਦੋਂ ਤੱਕ ਉਹ ਪੈਰ ਨਹੀਂ ਦਬਾਉਂਦੀ ਉਸ ਨੂੰ ਨੀਂਦ ਨਹੀਂ ਆਉਂਦੀ। ਪਰ ਮੈਂ ਸੋਚ ਰਹੀ ਸੀ ਕਿ ਜਦੋਂ ਉਹ ਸੌਂ ਜਾਂਦਾ ਆ, ਉਹ ਆਪਣੇ ਕਮਰੇ ਵਿੱਚ ਵਾਪਸ ਕਿਉਂ ਨਹੀਂ ਆਉਂਦੀ? ਉਹ ਆਪਣੇ ਸਹੁਰੇ ਦੇ ਕਮਰੇ ਵਿੱਚ ਕਿਉਂ ਰਹਿੰਦੀ ਆ ਅਤੇ ਕੀ ਸਾਰੀ ਰਾਤ ਉਸਦੇ ਪੈਰ ਦਬਾਉਂਦੀ ਰਹਿੰਦੀ ਆ? ਉਹ ਵੀ ਉੱਥੇ ਹਰ ਰੋਜ਼ ਆਪਣੇ ਸਹੁਰੇ ਦੇ ਕਮਰੇ ਵਿੱਚ ਹੀ ਸੌਂਦੀ ਆ। ਉੱਥੇ ਇਸ ਦਾ ਕੀ ਕੰਮ ਆ? ਅਤੇ ਉਹ ਆਵਾਜ਼ਾਂ, ਉਹਨਾਂ ਬਾਰੇ ਸੋਚ ਕੇ ਹੀ ਮੇਰਾ ਦਿਮਾਗ ਘੁੰਮ ਰਿਹਾ ਸੀ, ਜੋ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਇਸ ਘਰ ਵਿੱਚ ਉਹ ਕੰਮ ਹੋ ਰਿਹਾ ਸੀ। ਇੱਕ ਦਿਨ ਅਚਾਨਕ ਅਜਿਹਾ ਹੋਇਆ ਕਿ ਮੈਂ ਹੈਰਾਨ ਰਹਿ ਗਈ। ਮੈਂ ਆਪਣੀ ਜਠਾਣੀ ਨੂੰ ਕੱਪੜੇ ਬਦਲਦੇ ਵੇਖਿਆ। ਉਹ ਮੈਨੂੰ ਵੇਖ ਕੇ ਪੂਰੀ ਤਰ੍ਹਾਂ ਹੈਰਾਨ ਰਹਿ ਗਈ ਸੀ, ਪਰ ਇਸ ਤੋਂ ਵੀ ਵੱਧ ਮੈਂ ਹੈਰਾਨ ਸੀ। ਮੈਂ ਉਸ ਨੂੰ ਕਿਹਾ ਕਿ ਤੁਸੀਂ ਤਾਂ ਮਾਂ ਬਣਨ ਵਾਲੇ ਹੋ ਅਤੇ ਤੁਸੀਂ ਮੈਨੂੰ ਦੱਸਿਆ ਵੀ ਨਹੀਂ। ਇੰਨੀ ਵੱਡੀ ਗੱਲ ਇੰਜ ਲੱਗ ਰਿਹਾ ਸੀ ਜਿਵੇਂ ਉਸ ਦੀ ਜ਼ੁਬਾਨ ਉਸ ਦਾ ਸਾਥ ਨਹੀਂ ਦੇ ਰਹੀ। ਪਹਿਲਾਂ ਤਾਂ ਉਹ ਬਹੁਤ ਘਬਰਾ ਗਈ ਅਤੇ ਫਿਰ ਆਪਣੇ ਆਪ ਨੂੰ ਸੰਭਾਲਦੀ ਹੋਈ ਬੋਲੀ ਕਿ ਸਾਡੇ ਪਰਿਵਾਰ ਵਿੱਚ ਇਹ ਸਭ ਕੁਝ ਨਹੀਂ ਦੱਸਿਆ ਜਾਂਦਾ ਜਦੋਂ ਤੱਕ ਬੱਚਾ 7 ਮਹੀਨਿਆਂ ਦਾ ਨਹੀਂ ਹੁੰਦਾ। ਕਹਿੰਦੇ ਨੇ ਕਿ ਦੱਸਣ ਨਾਲ ਨਜ਼ਰ ਲੱਗ ਜਾਂਦੀ ਆ। ਇਸ ਲਈ ਮੈਂ ਕਿਸੇ ਨੂੰ ਨਹੀਂ ਦੱਸਿਆ ਕਿ ਮੈਂ ਮਾਂ ਬਣਨ ਵਾਲੀ ਹਾਂ। ਮੈਂ ਕਿਹਾ, ਮੈਨੂੰ ਤਾਂ ਮੇਰੇ ਪਤੀ ਨੇ ਇਹ ਗੱਲ ਮੈਨੂੰ ਦੱਸੀ ਤੇ ਨਾ ਹੀ ਮੇਰੇ ਸਹੁਰੇ ਨੇ ਕਦੇ ਇਸ ਦਾ ਜ਼ਿਕਰ ਕੀਤਾ। ਕਿ ਇਹ ਵੀ ਨਹੀਂ ਜਾਣਦੇ? ਮੇਰੀ ਜਠਾਣੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਜਵਾਬ ਦੇਵੇ। ਉਸਨੇ ਕਿਹਾ, ਸ਼ਾਇਦ ਉਹ ਭੁੱਲ ਗਿਆ ਹੋਵੇਗਾ। ਮੈਂ ਸੋਚਿਆ ਕਿ ਕੋਈ ਇੰਨੀ ਵੱਡੀ ਗੱਲ ਨੂੰ ਕਿਵੇਂ ਭੁੱਲ ਸਕਦਾ, ਅਤੇ ਮੈਨੂੰ ਵੀ ਨਹੀਂ ਪਤਾ ਸੀ ਕਿਉਂਕਿ ਮੇਰੀ ਜਠਾਣੀ ਬਹੁਤ ਖੁੱਲ੍ਹੇ ਕੱਪੜੇ ਪਾਉਂਦੀ ਸੀ। ਪਰ ਹੁਣ ਉਸ ਨੂੰ ਇਹ ਦੇਖ ਕੇ ਇੰਜ ਮਹਿਸੂਸ ਹੋਇਆ ਜਿਵੇਂ 8ਵਾਂ ਮਹੀਨਾ ਚੱਲ ਰਿਹਾ ਹੋਵੇ। ਇਸ ਦਾ ਮਤਲਬ ਇਹ ਸੀ ਕਿ ਮੇਰਾ ਜੇਠ 8 ਮਹੀਨੇ ਪਹਿਲਾਂ ਆਇਆ ਸੀ,
ਪਰ ਫਿਰ ਵੀ ਇਸ ਘਰ ਵਿੱਚ ਕੋਈ ਉਸ ਦਾ ਨਾਮ ਤੱਕ ਨਹੀਂ ਲੈਂਦਾ। ਕਿ ਉਸ ਦੀ ਕੋਈ ਦੁਸ਼ਮਣੀ ਸੀ ਜਾਂ ਉਸ ਨੂੰ ਇਹ ਪਸੰਦ ਨਹੀਂ ਸੀ। ਇਸ ਘਰ ਵਿੱਚ ਆਏ ਮੈਨੂੰ 1 ਮਹੀਨਾ ਹੋ ਗਿਆ ਸੀ। ਉਸਨੇ ਵੀ ਉਸ ਲਈ ਕੁਝ ਨਹੀਂ ਭੇਜਿਆ, ਨਾ ਕੋਈ ਪਾਰਸਲ, ਨਾ ਹੀ ਕੋਈ ਫੋਨ ਕਾਲ। ਫਿਰ ਮੈਂ ਸੋਚਿਆ ਕਿ ਮੇਰੀ ਜਠਾਣੀ ਦੀ ਇਹ ਹਾਲਤ ਹੈ ਤਾਂ ਫਿਰ ਵੀ ਮੇਰਾ ਸਹੁਰਾ ਉਸ ਨੂੰ ਪੈਰ ਦਬਾਉਣ ਲਈ ਬੁਲਾਉਂਦਾ ਹੈ। ਉਹ ਹਰ ਰੋਜ਼ ਪੈਰਾਂ ਦੀ ਮਾਲਿਸ਼ ਕਰਵਾਉਂਦੇ ਹਨ। ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਪੇਟ ਤੋਂ ਹੈ ਅਤੇ ਇਸ ਨੂੰ ਆਰਾਮ ਦੀ ਲੋੜ ਆ। ਇੱਕ ਦਿਨ ਅਸੀਂ ਸਾਰੇ ਰਾਤ ਦਾ ਖਾਣਾ ਖਾ ਰਹੇ ਸੀ। ਮੈਂ ਆਪਣੀ ਜਠਾਣੀ ਨੂੰ ਕਿਹਾ ਕਿ ਮੈਂ ਤੁਹਾਡੇ ਲਈ ਚਾਟ ਬਣਾਈ ਆ, ਅਜਿਹੇ 'ਚ ਤੁਹਾਨੂੰ ਚਾਟ ਖਾਣ ਦਾ ਮਨ ਜ਼ਰੂਰ ਹੋਵੇਗਾ। ਇਹ ਸੁਣ ਕੇ ਰੋਟੀ ਮੇਰੀ ਜਠਾਣੀ ਦੇ ਗਲੇ ਵਿੱਚ ਫਸ ਗਈ ਤੇ ਸਹੁਰੇ ਨੇ ਵੀ ਬੜੀ ਹੈਰਾਨੀ ਨਾਲ ਉਸ ਵੱਲ ਵੇਖਿਆ ਅਤੇ ਜਠਾਣੀ ਸਭ ਦੇ ਸਾਹਮਣੇ ਕਹਿਣ ਲੱਗੀ ਕਿ ਤੈਨੂੰ ਕੀ ਹੋ ਗਿਆ ਆ? ਤੈਨੂੰ ਕਿਸ ਨੇ ਆਖਿਆ ਕਿ ਮੈਂ ਗਰਭਵਤੀ ਹਾਂ ਜਦੋਂ ਮੇਰਾ ਪਤੀ ਮੈਨੂੰ ਮਿਲਣ ਨਹੀਂ ਆਇਆ? ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੇਰੀ ਜਠਾਣੀ ਝੂਠ ਕਿਉਂ ਬੋਲ ਰਹੀ ਸੀ ਜਦੋਂ ਕਿ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਗਰਭਵਤੀ ਆ। ਜੇਕਰ ਉਸ ਦਾ ਪਤੀ ਨਹੀਂ ਆਇਆ ਤਾਂ ਇਹ ਬੱਚਾ ਕਿਸ ਦਾ ਆ? ਮੇਰੇ ਸਹੁਰੇ ਨੇ ਵੀ ਕਿਹਾ ਕਿ ਇਹ ਤੈਨੂੰ ਝੂਠ ਬੋਲ ਰਹੀ ਸੀ ਤੇ ਤੂੰ ਸੱਚ ਮੰਨ ਲਿਆ। ਇਹ ਤੈਨੂੰ ਮਜ਼ਾਕ ਕਰ ਰਹੀ ਸੀ। ਬੇਟੀ, ਇਹੋ ਜਿਹੀ ਕੋਈ ਵੀ ਖੁਸ਼ਖਬਰੀ ਨਹੀਂ ਆ। ਇਹੋ ਜਿਹੀ ਖੁਸ਼ਖਬਰੀ ਸੁਣ ਲਈ ਤਾਂ ਅਸੀਂ ਤੁਹਾਡੇ ਵੱਲ ਵੇਖ ਰਹੇ ਹਾਂ। ਜਲਦੀ ਨਾਲ ਤੁਸੀਂ ਸਾਨੂੰ ਕੋਈ ਖੁਸ਼ਖਬਰੀ ਸੁਣਾ ਦਿਓ, ਸਾਡੇ ਘਰ ਵੀ ਚਹਿਲ ਪਹਿਲ ਹੋ ਜਾਵੇਗੀ। ਅਚਾਨਕ ਮੇਰੇ ਸਹੁਰੇ ਨੇ ਮੇਰੀ ਜਠਾਣੀ ਨੂੰ ਕਿਹਾ ਕਿ ਤੈਨੂੰ ਤੇਰੀ ਮੰਮੀ ਘਰ ਛੱਡ ਕੇ ਆਉਣਾ ਸੀ ਨਾ, ਚੱਲ ਤਿਆਰ ਹੋ, ਤੈਨੂੰ ਛੱਡ ਕੇ ਆਵਾਂ। ਮੈਂ ਤਾਂ ਭੁੱਲ ਹੀ ਗਿਆ ਸੀ ਕਿ ਇਸ ਨੂੰ ਇਸ ਦੇ ਪੇਕੇ ਛੱਡ ਕੇ ਆਉਣਾ ਹੈ ਤੇ ਇਸਨੇ ਵੀ ਯਾਦ ਨਹੀਂ ਕਰਵਾਇਆ। ਇਹਦਾ ਪਤੀ ਵਿਦੇਸ਼ ਗਿਆ ਹੋਇਆ, ਇਸ ਲਈ ਸਾਰੀ ਜ਼ਿੰਮੇਵਾਰੀ ਮੈਨੂੰ ਨਿਭਾਉਣੀ ਪਵੇਗੀ। ਜਦੋਂ ਇਹ ਕਹਿੰਦੀ ਹੈ ਕਿ ਮੈਂ ਪੇਕੇ ਜਾਣਾ ਹੈ ਤਾਂ ਮੈਂ ਇਹਨੂੰ ਛੱਡ ਆਉਂਦਾ ਹਾਂ ਤੇ ਜਦੋਂ ਵਾਪਸ ਆਉਣਾ ਹੁੰਦਾ ਹੈ ਤਾਂ ਮੈਂ ਵਾਪਸ ਲੈ ਆਉਂਦਾ ਹਾਂ। ਇਹਦੇ ਪਿਤਾ ਜੀ ਨਾਲ ਮੇਰੀ ਪੁਰਾਣੀ ਦੋਸਤੀ ਆ, ਮੈਂ ਵੀ ਝੱਟ ਬਹਿ ਕੇ ਗੱਲਾਂ ਕਰ ਆਉਂਦਾ ਹਾਂ ਤਾਂ ਵਧੀਆ ਟਾਈਮ ਲੰਘ ਜਾਂਦਾ ਆ। ਤੁਸੀਂ ਦੋਵੇਂ ਬੈਠ ਕੇ ਗੱਲਾਂ ਕਰੋ ਤੇ ਨਾਲੇ ਖਾਣਾ ਖਾਵੋ, ਮੈਂ ਇਸ ਨੂੰ ਛੱਡ ਕੇ ਆਉਂਦਾ ਹਾਂ। ਮੇਰੀ ਜਠਾਣੀ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ, ਜਿਵੇਂ ਮੈਂ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੋਵੇ। ਮੇਰਾ ਸਹੁਰਾ ਉਸ ਨੂੰ ਲੈ ਕੇ ਉੱਥੋਂ ਚਲਾ ਗਿਆ। ਪਹਿਲਾਂ ਤਾਂ ਇਹੋ ਜਿਹੀ ਕੋਈ ਗੱਲ ਨਹੀਂ ਸੀ ਕਿ ਅੱਜ ਹੀ ਇਸ ਨੂੰ ਪੇਕੇ ਛੱਡ ਕੇ ਆਉਣਾ ਸੀ। ਮੇਰੇ ਦਿਲ ਵਿੱਚ ਕਈ ਸਵਾਲ ਉੱਠ ਰਹੇ ਸੀ। ਮੇਰਾ ਪਤੀ ਕਹਿਣ ਲੱਗਾ, ਤੈਨੂੰ ਇਹ ਸਭ ਕਿਸ ਨੇ ਦੱਸਿਆ ਕਿ ਤੂੰ ਇਹ ਸਭ ਗੱਲਾਂ ਕਿਉਂ ਕਰ ਰਹੀ ਆ? ਮੈਂ ਕਿਹਾ ਮੈਂ ਖੁਦ ਵੇਖਿਆ ਆ, ਉਹਦਾ ਪੇਟ ਵਧਿਆ ਹੋਇਆ ਆ। ਤਾਂ ਮੇਰਾ ਪਤੀ ਜ਼ੋਰ ਨਾਲ ਹੱਸਣ ਲੱਗਾ ਤੇ ਕਹਿਣ ਲੱਗਾ ਕਿ ਮੇਰਾ ਭਰਾ 2 ਸਾਲ ਹੋ ਗਏ ਘਰ ਨਹੀਂ ਆਇਆ ਤਾਂ ਇਹ ਬੱਚਾ ਕਿਵੇਂ ਹੋ ਗਿਆ? ਮੈਂ ਆਪਣੇ ਪਤੀ ਨੂੰ ਕੋਈ ਜਵਾਬ ਨਾ ਦਿੱਤਾ, ਪਰ ਇਹ ਗੱਲ ਤਾਂ ਸੱਚ ਸੀ ਕਿ ਮੇਰੀ ਜਠਾਣੀ ਗਰਭਵਤੀ ਹੈ ਤੇ ਉਸ ਦਾ 6ਵਾਂ ਮਹੀਨਾ ਚੱਲ ਰਿਹਾ ਹੈ। ਪਰ ਮੇਰੀ ਜਠਾਣੀ ਇਹ ਸਭ ਕਿਉਂ ਛੁਪਾ ਰਹੀ ਸੀ? ਅਗਰ ਛੁਪਾ ਵੀ ਰਹੀ ਆ ਤਾਂ ਕੀ ਉਹ ਬੱਚਾ ਪੈਦਾ ਨਹੀਂ ਕਰੇਗੀ? ਮੇਰਾ ਸਹੁਰਾ ਮੇਰੀ ਜਠਾਣੀ ਨੂੰ ਪੇਕਿਆਂ ਤੋਂ ਲੈ ਕੇ ਸ਼ਾਮ ਤੱਕ ਵਾਪਸ ਆ ਗਿਆ। ਮੈਂ ਆਪਣੀ ਜਠਾਣੀ ਨੂੰ ਵੇਖ ਕੇ ਫਿਰ ਹੈਰਾਨ ਰਹਿ ਗਈ। ਉਹਦੇ ਚਿਹਰੇ ਤੇ ਇੱਕ ਬਹੁਤ ਵੱਡਾ ਨਿਸ਼ਾਨ ਪਿਆ ਹੋਇਆ ਸੀ, ਜਿਵੇਂ ਕਿਸੇ ਨੇ ਮਾਰਿਆ ਹੋਵੇ। ਮੈਂ ਹੈਰਾਨ ਹੋ ਕੇ ਪੁੱਛਿਆ ਕਿ ਇਹ ਕੀ ਹੋਇਆ, ਕਿਵੇਂ ਹੋਇਆ? ਉਹ ਕਹਿਣ ਲੱਗੀ ਕਿ ਉਹ ਰਿਕਸ਼ੇ ਤੋਂ ਡਿੱਗ ਪਈ ਸੀ ਤੇ ਉਸਦਾ ਮੂੰਹ ਜ਼ਮੀਨ ਤੇ ਵੱਜਾ। ਪਰ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੀ ਜਠਾਣੀ ਝੂਠ ਬੋਲ ਰਹੀ ਆ ਤੇ ਉਹ ਇਹ ਬੋਲ ਕੇ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਤੇ ਉਸਨੇ ਖਾਣਾ ਵੀ ਨਹੀਂ ਖਾਧਾ। ਮੈਂ ਸੋਚ ਰਹੀ ਸੀ ਕਿ ਜੇਕਰ ਉਹ ਰਿਕਸ਼ੇ ਤੋਂ ਡਿੱਗੀ ਹੁੰਦੀ ਤਾਂ ਉਹਦੇ ਚਿਹਰੇ ਨੂੰ ਵੀ ਨੁਕਸਾਨ ਹੋਣਾ ਸੀ, ਪਰ ਇਹੋ ਜਿਹਾ ਕੁਝ ਨਹੀਂ ਸੀ। ਉਹ ਇਸ ਤਰ੍ਹਾਂ ਲੱਗ ਰਹੀ ਸੀ ਜਿਵੇਂ ਕਿਸੇ ਨੇ ਜਾਣਬੁੱਝ ਕੇ ਮਾਰਿਆ ਹੋਵੇ। ਅੱਜ ਰਾਤ ਵੀ ਉਹ ਜਦੋਂ ਮੇਰੇ ਸਹੁਰੇ ਦੇ ਕਮਰੇ ਵਿੱਚ ਜਾ ਰਹੀ ਸੀ ਤਾਂ ਉਹ ਰੋ ਰਹੀ ਸੀ। ਜਦੋਂ ਕਮਰੇ ਵਿੱਚ ਵੜਨ ਲੱਗੀ ਤਾਂ ਉਸਨੇ ਆਪਣਾ ਮੂੰਹ ਆਪਣੀ ਚੁੰਨੀ ਨਾਲ ਸਾਫ਼ ਕੀਤਾ, ਪਰ ਮੈਨੂੰ ਇਹ ਲੱਗਿਆ ਕਿ ਜਿਵੇਂ ਉਹ ਵਿਚਾਰੀ ਨਾਲ ਕੁਝ ਨਾ ਕੁਝ ਗਲਤ ਜ਼ਰੂਰ ਹੋ ਰਿਹਾ ਆ ਤੇ ਇਹ ਸਭ ਕਿਉਂ ਸਹਿਣ ਕਰ ਰਹੀ ਆ। ਇੱਕ ਦਿਨ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਆਪਣੀ ਜਠਾਣੀ ਨੂੰ ਕਿਹਾ ਕਿ ਤੂੰ ਸਾਰਿਆਂ ਦੇ ਸਾਹਮਣੇ ਝੂਠ ਕਿਉਂ ਬੋਲ ਰਹੀ ਆ? ਮੈਂ ਕੋਈ ਅੰਨੀ ਤਾਂ ਨਹੀਂ, ਮੈਂ ਖੁਦ ਵੇਖਿਆ ਕਿ ਤੂੰ ਮਾਂ ਬਣਨ ਵਾਲੀ ਆ। ਤੂੰ ਨਕਲੀ ਪੇਟ ਤਾਂ ਨਹੀਂ ਲਗਾ ਕੇ ਰੱਖਿਆ ਨਾ ਹੀ ਇੰਨਾ ਖਾਣਾ ਖਾਂਦੀ ਆ ਕਿ ਤੂੰ ਮੋਟੀ ਹੋ ਜਾਵੇਂ। ਇਹ ਕਿਸ ਦਾ ਬੱਚਾ ਹੈ? ਜਦੋਂ ਕਿ ਤੇਰਾ ਪਤੀ 2 ਸਾਲ ਤੱਕ ਘਰ ਨਹੀਂ ਆਇਆ ਤਾਂ ਇਹ ਬੱਚਾ ਕਿਸ ਦਾ ਹੈ? ਤੇ ਤੂੰ ਉਸ ਕਮਰੇ ਵਿੱਚੋਂ ਵਾਪਸ ਕਿਉਂ ਨਹੀਂ ਆਉਂਦੀ? ਜੋ ਤੇਲ ਲੱਗ ਜਾਵੇ ਤਾਂ ਤੂੰ ਵਾਪਸ ਆ ਜਾਇਆ ਕਰ, ਉੱਥੇ ਸੌਣ ਦੀ ਕੀ ਜ਼ਰੂਰਤ? ਉਹ ਕਿਹੜਾ ਇੰਨਾ ਜ਼ਿਆਦਾ ਕੋਈ ਕੰਮ ਕਰਦਾ ਕਿ ਉਹਨੂੰ ਮਾਲਸ਼ ਦੀ ਜ਼ਰੂਰਤ ਪੈਂਦੀ ਆ? ਜੇਕਰ ਤੁਸੀਂ ਦੋਵੇਂ ਮਿਲ ਕੇ ਕੋਈ ਚੱਕਰ ਚਲਾ ਰਹੇ ਹੋ ਤਾਂ ਮੇਰੇ ਕੋਲੋਂ ਛੁਪਾ ਰਹੇ ਹੋ, ਤਾਂ ਜਦੋਂ ਮੈਨੂੰ ਪਤਾ ਲੱਗੂਗਾ ਮੈਂ ਸਾਰੇ ਮਹੱਲੇ ਵਿੱਚ ਰੌਲਾ ਪਾ ਦਊਂਗੀ ਤੇ ਤੁਹਾਨੂੰ ਦੋਵਾਂ ਨੂੰ ਬਦਨਾਮ ਕਰ ਦੇਵਾਂਗੀ। ਛੱਡਾਂਗੀ ਨਹੀਂ ਮੈਂ ਤੁਹਾਨੂੰ। ਮੈਨੂੰ ਪਤਾ ਹੈ ਕਿ ਇੱਕ ਔਰਤ ਮਰਦ ਦੇ ਬਿਨਾਂ ਨਹੀਂ ਰਹਿ ਸਕਦੀ ਤੇ ਤੇਰੇ ਪਤੀ ਨੂੰ 2 ਸਾਲ ਹੋ ਗਏ ਉਹ ਘਰ ਨਹੀਂ ਆਇਆ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੂੰ ਉਸ ਦੀ ਇੱਜ਼ਤ ਖਰਾਬ ਕਰੇਂਗੀ। ਇਸ ਬੱਚੇ ਦਾ ਕੀ ਕਸੂਰ ਜੋ ਅਜੇ ਇਸ ਦੁਨੀਆ ਵਿੱਚ ਵੀ ਨਹੀਂ ਆਇਆ?
ਜਦੋਂ ਉਹ ਇਸ ਦੁਨੀਆ ਵਿੱਚ ਆਵੇਗਾ ਤਾਂ ਕਿਸ ਨੂੰ ਆਪਣਾ ਬਾਪ ਕਹੇਗਾ? ਕਿਉਂ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਹਾਂ? ਮੇਰੀ ਜਠਾਣੀ ਨੂੰ ਵੀ ਗੁੱਸਾ ਆ ਗਿਆ ਤੇ ਉਹ ਕਹਿਣ ਲੱਗੀ, ਠੀਕ ਹੈ, ਤੈਨੂੰ ਲੱਗਦਾ ਨਾ ਕਿ ਮੇਰਾ ਆਪਣੇ ਸਹੁਰੇ ਨਾਲ ਕੋਈ ਗਲਤ ਰਿਸ਼ਤਾ ਹੈ ਤੇ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਕੀ ਲੈਣ ਜਾਂਦੀ ਹਾਂ ਤੇ ਮੇਰਾ ਬੱਚਾ ਵੀ ਮੇਰੇ ਪਤੀ ਦਾ ਨਹੀਂ ਹੈ, ਤਾਂ ਅੱਜ ਤੂੰ ਮੇਰੇ ਸਹੁਰੇ ਦੇ ਕਮਰੇ ਵਿੱਚ ਚਲੀ ਜਾਈਂ ਮੇਰੀ ਜਗ੍ਹਾ ਤੇ, ਤੂੰ ਖੁਦ ਵੇਖ ਲਵੀਂ ਉੱਥੇ ਕੀ ਹੁੰਦਾ ਹੈ। ਮੈਂ ਕਿਹਾ ਠੀਕ ਆ, ਮੈਂ ਚਲੀ ਜਾਊਂਗੀ ਤੇ ਨਾਲੇ ਵੇਖੂੰਗੀ ਕਿ ਉੱਥੇ ਕੀ ਹੁੰਦਾ ਹੈ। ਉਸਨੇ ਕਿਹਾ ਕਿ ਸਹੁਰੇ ਦੇ ਕਮਰੇ ਦੀ ਲਾਈਟ ਪਹਿਲਾਂ ਹੀ ਬੰਦ ਹੋਵੇਗੀ, ਤੂੰ ਚੁੱਪਚਾਪ ਕਮਰੇ ਵਿੱਚ ਚਲੀ ਜਾਵੀਂ ਤੇ ਮਾਲਿਸ਼ ਕਰ ਦੇਵੀਂ। ਮੈਂ ਕਿਹਾ ਠੀਕ ਆ, ਮੈਂ ਜਾਊਂਗੀ ਤੇ ਨਾਲੇ ਵੇਖੂੰਗੀ ਕੀ ਹੁੰਦਾ। ਮੈਨੂੰ ਪਤਾ ਕਿ ਔਰਤ ਦੀ ਗਲਤੀ ਨਹੀਂ ਹੁੰਦੀ, ਪਰ ਫਿਰ ਵੀ ਔਰਤ ਹਾਰ ਜਾਂਦੀ ਆ। ਪਰ ਇੱਥੇ ਗਲਤੀ ਮੈਨੂੰ ਆਪਣੀ ਜਠਾਣੀ ਦੀ ਹੀ ਲੱਗ ਰਹੀ ਸੀ। ਅਗਰ ਜੇ ਕੁਝ ਗਲਤ ਹੋ ਰਿਹਾ ਸੀ ਤਾਂ ਉਹ ਕਿਸੇ ਨੂੰ ਕਿਉਂ ਨਹੀਂ ਦੱਸਦੀ? ਅਗਰ ਮੇਰਾ ਸਹੁਰਾ ਜ਼ਬਰਦਸਤੀ ਕਰਦਾ ਸੀ ਤਾਂ ਉਹ ਬਰਦਾਸ਼ਤ ਕਿਉਂ ਕਰ ਰਹੀ ਸੀ? ਉਹ ਆਪਣੇ ਪਤੀ ਨਾਲ ਕਿਉਂ ਨਹੀਂ ਗੱਲ ਕਰਦੀ ਸੀ? ਨਾ ਹੀ ਮੇਰੇ ਪਤੀ ਨੂੰ ਦੱਸਦੀ ਸੀ, ਮੈਨੂੰ ਤਾਂ ਦੱਸ ਹੀ ਸਕਦੀ ਸੀ। ਮੈਂ ਉਸ ਦੀ ਕੁਝ ਮਦਦ ਕਰ ਸਕਦੀ ਸੀ। ਜਿਵੇਂ ਦੀ ਆਵਾਜ਼ ਮੈਂ ਸੁਣੀ ਸੀ, ਮੈਨੂੰ ਆਪਣੀ ਜਠਾਣੀ ਤੇ ਸ਼ੱਕ ਹੋ ਰਿਹਾ ਸੀ। ਵੈਸੇ ਮੇਰਾ ਪਤੀ ਲੇਟ ਆਉਂਦਾ ਸੀ ਤੇ 10 ਵਜੇ ਮੇਰਾ ਸਹੁਰਾ ਸੌਂ ਜਾਂਦਾ ਸੀ। ਇਸ ਲਈ ਮੇਰੀ ਜਠਾਣੀ ਨੇ ਕਿਹਾ ਕਿ ਜਾ, ਅੱਜ ਤੂੰ ਚਲੀ ਜਾ। ਮੈਂ ਵੇਖਿਆ ਕਿ ਕਮਰੇ ਦੀ ਲਾਈਟ ਪਹਿਲਾਂ ਹੀ ਬੰਦ ਸੀ। ਮੈਂ ਹੱਥ ਵਿੱਚ ਤੇਲ ਵਾਲੀ ਕਟੋਰੀ ਫੜੀ ਤੇ ਸਹੁਰੇ ਦੇ ਕਮਰੇ ਵਿੱਚ ਚਲੀ ਗਈ। ਮੇਰੀ ਜਠਾਣੀ ਨੇ ਮੈਨੂੰ ਕਿਹਾ ਕਿ ਜਿਵੇਂ ਹੀ ਮੈਂ ਅੰਦਰ ਜਾਵਾਂ ਤਾਂ ਦਰਵਾਜ਼ਾ ਬੰਦ ਕਰ ਦੇਵਾਂ ਤੇ ਜੇਕਰ ਉਹ ਕੋਈ ਸਵਾਲ ਪੁੱਛੇ ਤਾਂ ਤੂੰ ਹੂੰ ਹਾਂ ਹੀ ਕਹਿ ਦੇਵੀਂ ਬਸ। ਮੈਨੂੰ ਡਰਨ ਦੀ ਕੀ ਲੋੜ ਸੀ? ਭਾਵੇਂ ਉਹਨਾਂ ਨੂੰ ਪਤਾ ਲੱਗ ਵੀ ਜਾਂਦਾ ਤਾਂ ਮੈਂ ਤੁਰੰਤ ਬਾਹਰ ਆ ਜਾਂਦੀ। ਮੇਰੀ ਜਠਾਣੀ ਬਾਹਰ ਹੀ ਖੜੀ ਰਹੀ, ਪਰ ਜਦੋਂ ਮੈਂ ਅੰਦਰ ਗਈ ਤਾਂ ਮੇਰੇ ਸਹੁਰੇ ਨੇ ਅਜਿਹੀ ਗੱਲ ਕਹੀ ਕਿ ਮੈਂ ਕੰਨਾਂ ਨੂੰ ਹੱਥ ਲਾ ਲਏ। ਉਸ ਨੇ ਕਿਹਾ, ਮੇਰੀ ਜਾਨ, ਅੱਜ ਦੇਰ ਕਿਉਂ ਹੋ ਗਈ? ਮੇਰੇ ਕੋਲ ਬਹਿ ਜਾ, ਦੂਰ ਕਿਉਂ ਖੜੀ ਆ? ਕੀ ਗੱਲ, ਮੇਰੇ ਨਾਲ ਗੁੱਸੇ ਆ? ਕੀ ਹੋਇਆ? ਮੈਂ ਪੂਰੀ ਤਰ੍ਹਾਂ ਹੈਰਾਨ ਹੋ ਗਈ। ਇਸ ਤਰ੍ਹਾਂ ਗੱਲ ਕਰ ਰਹੇ ਸੀ ਜਿਵੇਂ ਉਹਨਾਂ ਦੀ ਘਰਵਾਲੀ ਹੋਵੇ। ਮੈਨੂੰ ਅੰਦਰ ਗਏ ਹਜੇ 2 ਮਿੰਟ ਹੀ ਹੋਏ ਸੀ, ਮੈਂ ਉਸੇ ਟਾਈਮ ਬਾਹਰ ਆ ਗਈ। ਮੈਂ ਆਪਣੀ ਜਠਾਣੀ ਨੂੰ ਹੈਰਾਨੀ ਨਾਲ ਵੇਖਣ ਲੱਗੀ। ਮੇਰੀ ਜਠਾਣੀ ਮੈਨੂੰ ਆਪਣੇ ਨਾਲ ਆਪਣੇ ਕਮਰੇ ਵਿੱਚ ਲੈ ਗਈ। ਮੇਰੀ ਜਠਾਣੀ ਨੇ ਮੈਨੂੰ ਇੱਕ ਤਸਵੀਰ ਦਿਖਾਈ ਜਿਸ ਵਿੱਚ ਉਹ ਆਪਣੇ ਸਹੁਰੇ ਨਾਲ ਦੁਲਹਨ ਬਣੀ ਬੈਠੀ ਸੀ। ਉਸਨੇ ਕਿਹਾ, ਉਹ ਮੇਰਾ ਸਹੁਰਾ ਨਹੀਂ, ਮੇਰਾ ਪਤੀ ਆ। ਮੇਰਾ ਉਸ ਨਾਲ ਵਿਆਹ ਹੋਇਆ ਆ ਅਤੇ ਤੂੰ ਜਿਹੜੀ ਆਵਾਜ਼ ਸੁਣੀ ਸੀ ਉਹ ਇਸ ਵਜ੍ਹਾ ਕਰਕੇ ਸੀ ਕਿ ਇਸ ਹਾਲਤ ਵਿੱਚ ਪੈਰ ਦਬਾ ਕੇ ਮੈਂ ਥੱਕ ਜਾਂਦੀ ਹਾਂ। ਥਕਾਵਟ ਦੀ ਵਜ੍ਹਾ ਨਾਲ ਮੇਰੇ ਮੂੰਹ 'ਚੋਂ ਇਹੋ ਜਿਹੀ ਆਵਾਜ਼ ਨਿਕਲ ਲੱਗ ਪੈਂਦੀ ਸੀ। ਤੇਰਾ ਸਹੁਰਾ ਚੰਗਾ ਇਨਸਾਨ ਨਹੀਂ ਆ, ਇਹ ਮੇਰੇ ਤੇ ਬਹੁਤ ਜ਼ੁਲਮ ਕਰਦਾ ਆ, ਕਿਉਂਕਿ ਮੇਰੇ ਅੱਗੇ ਪਿੱਛੇ ਕੋਈ ਨਹੀਂ ਆ, ਪਰ ਇਹ ਮੇਰੇ ਪਤੀ ਹਨ ਤੇ ਬੱਚਾ ਵੀ ਇਹਨਾਂ ਦਾ ਹੈ। ਇਹੀ ਸੱਚ ਹੈ। ਮੇਰੇ ਪਤੀ ਨੇ ਕਿਹਾ ਕਿ ਜਦੋਂ ਬੱਚੇ ਦਾ ਦਿਨ ਲਾਗੇ ਆ ਜਾਣਗੇ ਤਾਂ ਤੈਨੂੰ ਤੇਰੇ ਪੇਕੇ ਛੱਡ ਆਵਾਂਗਾ, ਫਿਰ ਕਿਸੇ ਨਾ ਕਿਸੇ ਤਰ੍ਹਾਂ ਇਹ ਕਹਿ ਦੇਵਾਂਗੇ ਕਿ ਬੱਚਾ ਗੋਦ ਲਿਆ ਹੈ। ਤੇਰੇ ਸਹੁਰੇ ਤੇ ਪਤੀ ਨੇ ਮਿਲ ਕੇ ਪਲਾਨ ਬਣਾਇਆ ਸੀ ਕਿ ਕਿਸੇ ਨੂੰ ਪਤਾ ਨਾ ਲੱਗੇ, ਨਹੀਂ ਤਾਂ ਬਦਨਾਮੀ ਬਹੁਤ ਹੋਵੇਗੀ ਸਾਡੇ ਖਾਨਦਾਨ ਵਿੱਚ। ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ ਤੇ ਜਿਹੜੀ ਔਰਤ ਉਸ ਦਿਨ ਆਈ ਸੀ ਉਹ ਮੇਰੇ ਪਤੀ ਦੀ ਭੈਣ ਸੀ, ਇਸ ਲਈ ਉਹ ਵੀ ਸਾਡੇ ਪਲਾਨ ਵਿੱਚ ਸ਼ਾਮਿਲ ਸੀ। ਉਸ ਦਿਨ ਜਦੋਂ ਤੂੰ ਸਾਰਿਆਂ ਦੇ ਸਾਹਮਣੇ ਇਹ ਗੱਲ ਕਹੀ ਸੀ ਕਿ ਤੂੰ ਗਰਭਵਤੀ ਹੈ ਤਾਂ ਮੇਰੇ ਪਤੀ ਨੇ ਮੇਰੇ ਤੇ ਬਹੁਤ ਗੁੱਸਾ ਕੀਤਾ ਤੇ ਮੇਰੇ ਤੇ ਹੱਥ ਵੀ ਚੁੱਕਿਆ, ਤਾਂ ਹੀ ਮੇਰੇ ਚਿਹਰੇ ਤੇ ਨਿਸ਼ਾਨ ਸੀ। ਇਹ ਖਾਨਦਾਨ ਬਹੁਤ ਹੀ ਅਜੀਬ ਹੈ। ਇੱਥੇ ਬਹੁਤ ਸਾਰੇ ਰਾਜ ਦੱਬੇ ਹੋਏ ਨੇ, ਜਿਨ੍ਹਾਂ ਵਿੱਚੋਂ ਇੱਕ ਮੈਂ ਵੀ ਹਾਂ। ਤੇਰੇ ਪਤੀ ਨੇ ਤੈਨੂੰ ਇਹ ਗੱਲ ਇਸ ਕਰਕੇ ਨਹੀਂ ਦੱਸੀ ਹੋਵੇਗੀ ਕਿ ਤੂੰ ਕੀ ਸੋਚੇਂਗੀ ਸਾਡੇ ਬਾਰੇ ਤੇ ਤੂੰ ਛੱਡ ਕੇ ਨਾ ਚਲੀ ਜਾਵੇਂ, ਪਰ ਤੂੰ ਕਿਸੇ ਨੂੰ ਇਹ ਗੱਲ ਨਾ ਦੱਸੀ ਕਿ ਤੈਨੂੰ ਸਭ ਪਤਾ ਹੈ। ਮੇਰੇ ਪਤੀ ਖੁਦ ਹੀ ਤੈਨੂੰ ਸਾਰੀ ਗੱਲ ਦੱਸ ਦੇਣਗੇ ਜਦੋਂ ਤੈਨੂੰ ਇੱਥੇ ਕੁਝ ਮਹੀਨੇ ਹੋ ਜਾਣਗੇ। ਪਰ ਹੁਣ ਤੂੰ ਮੇਰੀ ਜਸੂਸੀ ਕਰਨਾ ਬੰਦ ਕਰ ਦੇ। ਇਸੇ ਕਰਕੇ ਅੱਜ ਆਪਣੀ ਜਗ੍ਹਾ ਤੈਨੂੰ ਭੇਜਿਆ ਸੀ ਕਮਰੇ ਵਿੱਚ, ਤਾਂ ਜੋ ਤੈਨੂੰ ਯਕੀਨ ਹੋ ਜਾਵੇ। ਫਿਰ ਮੈਂ ਆਪਣੀ ਜਠਾਣੀ ਕੋਲੋਂ ਮਾਫੀ ਮੰਗੀ ਤੇ ਉਸ ਨਾਲ ਵਾਅਦਾ ਕੀਤਾ ਕਿ ਅੱਜ ਤੋਂ ਬਾਅਦ ਮੈਂ ਕੋਈ ਗੱਲ ਨਹੀਂ ਕਰਾਂਗੀ, ਕਿਉਂਕਿ ਮੇਰੀ ਵਜ੍ਹਾ ਨਾਲ ਉਸ ਦੀ ਜ਼ਿੰਦਗੀ ਬਰਬਾਦ ਹੋ ਸਕਦੀ ਸੀ। ਇਸ ਤੋਂ ਬਾਅਦ ਮੈਂ ਆਪਣੇ ਪਤੀ ਨਾਲ ਗੱਲ ਕੀਤੀ ਤਾਂ ਉਹ ਵੀ ਸ਼ਰਮਿੰਦਾ ਹੋ ਗਿਆ ਤੇ ਕਹਿਣ ਲੱਗਾ ਕਿ ਮੈਂ ਨਹੀਂ ਚਾਹੁੰਦਾ ਸੀ ਕਿ ਤੈਨੂੰ ਕੁਝ ਪਤਾ ਲੱਗੇ ਤੇ ਤੂੰ ਇਹ ਸੋਚੇ ਕਿ ਮੈਂ ਕਿਸ ਤਰ੍ਹਾਂ ਦੇ ਲੋਕਾਂ ਵਿੱਚ ਆ ਗਈ ਹਾਂ। ਮੇਰੇ ਪਿਤਾ ਜੀ ਨੇ ਇਸ ਲੜਕੀ ਨਾਲ ਵਿਆਹ ਕੀਤਾ, ਤਾਂ ਹੀ ਉਹ ਆਪਣੇ ਵਿਆਹ ਦੇ ਖਿਲਾਫ ਨਹੀਂ ਸਨ। ਉਹਨਾਂ ਨੂੰ ਉਹਨਾਂ ਦੇ ਹਾਲਾਤਾਂ ਤੇ ਛੱਡ ਦੇ ਤੇ ਮੇਰੇ ਨਾਲ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ। ਮੈਂ ਆਪਣੇ ਪਤੀ ਦੀ ਗੱਲ ਮੰਨ ਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ। ਫਿਰ ਮੇਰੇ ਸਹੁਰੇ ਘਰ ਬੇਟੀ ਪੈਦਾ ਹੋਈ ਤਾਂ ਕਿਤੇ ਜਾ ਕੇ ਉਸ ਵਿੱਚ ਥੋੜੀ ਸ਼ਰਮ ਆਈ, ਕਿਉਂਕਿ ਪਹਿਲਾਂ ਉਸਦੀ ਕੋਈ ਬੇਟੀ ਨਹੀਂ ਸੀ। ਹੁਣ ਉਹ ਸਾਰਿਆਂ ਨਾਲੋਂ ਵਧੀਆ ਤਰੀਕੇ ਨਾਲ ਗੱਲ ਕਰਦਾ ਸੀ ਤੇ ਨਾਲੇ ਆਪਣੀ ਪਤਨੀ ਦਾ ਵੀ ਪੂਰਾ ਖਿਆਲ ਰੱਖਦਾ। ਉਹ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿੰਦੇ ਸੀ ਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਸੀ। ਮੇਰੇ ਪਤੀ ਇੱਕ ਬਹੁਤ ਹੀ ਵਧੀਆ ਇਨਸਾਨ ਨੇ ਤੇ ਮੇਰੇ ਲਈ ਮਿਹਨਤ ਵੀ ਬਹੁਤ ਕਰਦੇ ਨੇ। ਧੰਨਵਾਦ ਜੀ।